ਕਾਨਫਰੰਸ ਕੌਂਸਲ ਪਿੰਡ ਨੰਗਲ ਸਾਧਾਂ ਵਿਖੇ ਰੱਖੀ ਗਈ, ਜਿਸ ਵਿੱਚ ਸੰਗਤਾਂ ਦਾ ਬਹੁਤ ਭਾਰੀ ਇਕੱਠ ਹੋਇਆ। ਇਸ ਕਾਨਫਰੰਸ ਬਾਰੇ ਸੁਣ ਕੇ ਪੀਲੀਭੀਤ ਦੇ ਦੋ ਰਾਜੇ ਕੰਵਰ ਮੰਨਾ ਸਿੰਘ ਅਤੇ ਕੰਵਰ ਰਘੁਨੰਦਨ ਸਿੰਘ ਵੀ ਸ਼ਾਮਲ ਹੋਏ, ਜੋ ਕਿ ਪੁਰਾਤਨ ਸਮੇਂ ਤੋਂ ਹੀ ਰਜਵਾੜੇ ਚਲੇ ਆ ਰਹੇ ਹਨ। ਇਸ ਸਮੇਂ ਸਾਰੀਆਂ ਹੀ ਸੰਪਰਦਾਵਾਂ ਹਾਜ਼ਰ ਹੋਈਆਂ, ਖਾਸ ਕਰਕੇ ਨਿਰਮਲ ਭੇਖ ਅਤੇ ਅਕਾਲੀਆਂ ਨੇ ਸ਼ਮੂਲੀਅਤ ਕੀਤੀ। ਇਸ ਸਮੇਂ ਬਾਬਾ ਜੀ ਨੇ ਇੱਕ ਰੈਗੂਲੇਸ਼ਨ ਪ੍ਰਸਤਾਵ ਪੇਸ਼ ਕਰਕੇ ਪਾਸ ਕਰਵਾਇਆ ਕਿ ਨਿਰਮਲ ਭੇਖ ਦਾ ਕੋਈ ਵੀ ਸਾਧੂ ਕਿੱਥੇ ਵੀ ਬੈਠਾ ਹੋਵੇ, ਉਸ ਦੀ ਜਾਇਦਾਦ ਤੇ ਕਮੇਟੀ ਆਪਣਾ ਹੱਕ ਨਾ ਰੱਖੇ, ਕਿਉਂਕਿ ਨਿਰਮਲ ਭੇਖ ਨੇ ਗੁਰਸਿੱਖੀ ਨੂੰ ਸੰਭਾਲਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਜਦੋਂ ਬਾਬਾ ਜੀ 40 ਦਿਨ ਭੋਰੇ ਵਿੱਚ ਰਹਿਣ ਤੋਂ ਉਪਰੰਤ ਬਾਹਰ ਸੰਗਤਾਂ ਵਿੱਚ ਬੈਠਣ ਲੱਗੇ, ਤਾਂ ਸਾਰੀਆਂ ਸੰਗਤਾਂ ਨੇ ਬੇਨਤੀ ਕੀਤੀ ਕਿ ਬਾਬਾ ਜੀ ਵਾਰੀ-ਵਾਰੀ ਸਾਡੇ ਨਗਰਾਂ ਵਿਖੇ ਦਰਸ਼ਨ ਦਿਆ ਕਰੋ ਅਤੇ ਸਾਨੂੰ ਗੁਰਮਤਿ ਦੀ ਸੋਝੀ ਬਖਸ਼ੋ। ਜਿਸ ਦਿਨ ਬਜ਼ੁਰਗਵਾਲ ਪਿੰਡ ਦੀ ਵਾਰੀ ਆਈ ਤਾਂ ਕੁਝ ਸੰਗਤਾਂ ਬਾਬਾ ਜੀ ਨੂੰ ਮਰਾਲਿਓਂ ਲੈਣ ਵਾਸਤੇ ਆਈਆਂ ਅਤੇ ਆਪਣੇ ਨਗਰ ਵਿਖੇ ਲੈ ਗਈਆਂ। ਵਾਪਸ ਜਦੋਂ ਬਾਬਾ ਜੀ ਨੇ ਬਜ਼ੁਰਗਵਾਲ ਤੋਂ ਮਰਾਲੇ ਆਉਣਾ ਸੀ ਤਾਂ ਸੰਗਤਾਂ ਨੇ ਇੱਕ ਬੇਨਤੀ ਕੀਤੀ, ਬਾਬਾ ਜੀ ਅਸੀਂ ਤੁਹਾਡੇ ਵਾਸਤੇ ਇੱਕ ਪਾਲਕੀ ਤਿਆਰ ਕੀਤੀ ਹੈ, ਆਪ ਜੀ ਕਿਰਪਾ ਕਰੋ ਉਸ ਵਿੱਚ ਬੈਠੋ। ਬਾਬਾ ਜੀ ਨੇ ਪਾਲਕੀ ਵਿੱਚ ਬੈਠਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਪਰ ਸੰਗਤਾਂ ਦੀ ਜਿੱਦ ਕਰਨ ਤੇ ਬਾਬਾ ਜੀ ਪਾਲਕੀ ਵਿੱਚ ਬੈਠ ਗਏ। ਜਦੋਂ ਪਾਲਕੀ ਲੈ ਕੇ ਸੰਗਤਾਂ ਪਿੰਡ ਤੋਂ ਬਾਹਰ ਨਿਕਲੀਆਂ ਤਾਂ ਪਾਲਕੀ ਵਿੱਚੋਂ ਇੱਕਦਮ ਖੜਾਕ ਆਇਆ। ਸੰਗਤਾਂ ਡਰ ਗਈਆਂ, ਇੱਕਦਮ ਪਾਲਕੀ ਥੱਲੇ ਰੱਖ ਦਿੱਤੀ ਗਈ ਤੇ ਉਹ ਹੋਰ ਵੀ ਹੈਰਾਨ ਹੋਏ, ਕੀ ਦੇਖਦੇ ਹਨ ਕਿ ਬਾਬਾ ਜੀ ਪਾਲਕੀ ਵਿੱਚ ਨਹੀਂ ਹਨ। ਸੰਗਤਾਂ ਹੈਰਾਨ ਹੋ ਗਈਆਂ, ਵਿਰਾਗ ਵਿੱਚ ਆ ਗਈਆਂ ਅਤੇ ਉੱਥੇ ਹੀ ਬੈਠ ਕੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। 2 ਘੰਟੇ ਬਾਅਦ ਇੱਕ ਮਰਾਲੇ ਵੱਲੋਂ ਇੱਕ ਸਿੱਖ ਆਇਆ। ਉਸਨੇ ਆ ਕੇ ਪੁੱਛਿਆ, ਭਾਈ ਭਲਿਓ ਲੋਕੋ, ਤੁਸੀਂ ਇੱਥੇ ਰਾਹ ਵਿੱਚ ਬੈਠ ਕੇ ਕਿਵੇਂ ਕੀਰਤਨ ਕਰ ਰਹੇ ਹੋ? ਉਹਨਾਂ ਨੇ ਸਾਰੀ ਗੱਲ ਸੁਣਾਈ ਤਾਂ ਉਹ ਸਿੱਖ ਕਹਿਣ ਲੱਗਾ, ਬਾਬਾ ਜੀ ਜਿਹੜੀ ਗੱਲ ਕਹਿੰਦੇ ਸਨ ਉਹੀ ਵੇਖਣ ਵਿੱਚ ਆਈ ਹੈ। ਉਸਨੇ ਕਿਹਾ, ਭਾਈ ਭਲਿਓ ਲੋਕੋ, ਆਪੋ ਆਪਣੇ ਘਰ ਜਾਓ। ਬਾਬਾ ਜੀ ਨੇ ਸੁਨੇਹਾ ਦਿੱਤਾ ਹੈ ਕਿ ਮੇਰੇ ਇਸ ਨਾਸ਼ਵੰਤ ਸਰੀਰ ਨਾਲ ਜੁੜਨ ਦੀ ਲੋੜ ਨਹੀਂ, ਅਕਾਲ ਪੁਰਖ ਵਾਹਿਗੁਰੂ ਨਾਲ ਜੁੜੋ। ਇੱਕ ਦਿਨ ਬੀਬੀ ਧਨਵੰਤ ਕੌਰ ਜੀ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਐ ਰਹਿਮਤਾਂ ਦੇ ਦਾਤਿਓ, ਆਪ ਜੀ ਨੇ ਗੁਰੂ ਨਾਨਕ ਦੇ ਦਰ ਤੋਂ ਬਖਸ਼ਿਸ਼ਾਂ ਲੈ ਕੇ ਹਜ਼ਾਰਾਂ ਬੇਔਲਾਦ ਮਾਤਾਵਾਂ ਦੀਆਂ ਗੋਦੀਆਂ ਨੂੰ ਭਾਗ ਲਾਇਆ ਹੈ। ਉਹਨਾਂ ਦੀਆਂ ਗੋਦੀਆਂ ਹਰੀਆਂ ਭਰੀਆਂ ਕੀਤੀਆਂ ਹਨ, ਪਰ ਕੀ ਮੈਂ ਅਭਾਗਨ ਔਲਾਦ ਤੋਂ ਸਖਣੀ ਹੀ ਜਾਵਾਂਗੀ? ਬਾਬਾ ਜੀ ਕੁਝ ਸਮੇਂ ਵਾਸਤੇ ਨੇਤਰ ਬੰਦ ਕਰਕੇ ਚੁੱਪ ਕਰਕੇ ਬੈਠ ਗਏ। ਥੋੜੇ ਸਮੇਂ ਬਾਅਦ ਕੋਲ ਪਏ ਫੁੱਲਾਂ ਵਿੱਚੋਂ 2 ਫੁੱਲ ਚੁੱਕ ਕੇ ਬੀਬੀ ਜੀ ਦੀ ਝੋਲੀ ਵਿੱਚ ਪਾ ਦਿੱਤੇ। ਬੀਬੀ ਜੀ ਫੁੱਲ ਲੈ ਕੇ ਬੜੀ ਖੁਸ਼ੀ ਨਾਲ ਘਰ ਆ ਗਏ। ਸਮੇਂ ਅਨੁਸਾਰ ਉਹਨਾਂ ਨੂੰ ਚੰਨ ਅਤੇ ਵੀਰਾ 2 ਫੁੱਲ ਪ੍ਰਾਪਤ ਹੋਏ। ਇੱਕ ਦਿਨ ਬਾਬਾ ਖਜਾਨ ਸਿੰਘ ਜੀ ਸੰਤਾਂ ਦੀ ਘੋੜੀ ਤੇ ਚੜ ਕੇ ਡੇਰੇ ਤੋਂ ਬਾਹਰ ਨਿਕਲੇ। ਡੇਰੇ ਤੋਂ ਬਾਹਰ ਨਿਕਲਦਿਆਂ ਹੀ ਘੋੜੀ ਇੱਕਦਮ ਡਰ ਗਈ ਅਤੇ ਬੜੀ ਤੇਜ਼ ਦੌੜ ਪਈ। ਬਾਬਾ ਖਜਾਨ ਸਿੰਘ ਜੀ ਘੋੜੀ ਤੋਂ ਡਿੱਗ ਪਏ। ਘੋੜੀ ਆਪ ਮੁਹਾਰੀ ਜਿੱਧਰ ਨੂੰ ਉਹਦਾ ਮੂੰਹ ਸੀ ਉਧਰ ਨੂੰ ਹੀ ਨੱਸ ਗਈ। ਬਾਬਾ ਖਜਾਨ ਸਿੰਘ ਜੀ ਨੂੰ ਘੋੜੀ ਦੀ ਬੜੀ ਚਿੰਤਾ ਲੱਗੀ। ਬਾਬਾ ਪ੍ਰੇਮ ਸਿੰਘ ਜੀ ਕਹਿਣ ਲੱਗੇ, ਹੁਣ ਫਿਕਰ ਕੀਤਿਆਂ ਕੀ ਬਣਦਾ ਹੈ? ਜੇਕਰ ਘੋੜੀ ਸਾਡੀ ਹੋਈ ਤਾਂ ਵਾਪਸ ਡੇਰੇ ਆ ਜਾਵੇਗੀ। ਤੀਜੇ ਦਿਨ ਕੀ ਹੋਇਆ?
ਮੌਜੀਏ ਪਿੰਡ ਦਾ ਡਾਕੂ ਤਾਜਾ ਘੋੜੀ ਅਤੇ ਉਸ ਦੇ ਗਲ ਵਿੱਚ 100 ਰੁਪਇਆ ਪਾ ਕੇ ਆਣ ਬਾਬਾ ਜੀ ਦੇ ਹਾਜ਼ਰ ਕੀਤੀ। ਬਾਬਾ ਜੀ ਹੱਸ ਕੇ ਕਹਿਣ ਲੱਗੇ, ਤਾਜਿਆ, ਤੂੰ ਸਾਡੀ ਅਮਾਨਤ ਤੇ ਲੈ ਕੇ ਆਇਆ ਹੀ ਹੈ, ਇਹ 100 ਰੁਪਇਆ ਲਗਾਨ ਵੀ ਨਾਲ ਲਿਆਇਆ ਹੈ। ਤਾਜਾ ਕਹਿਣ ਲੱਗਾ, ਬਾਬਾ ਜੀ, ਇਹ ਸੰਤਾਂ ਫਕੀਰਾਂ ਦੀਆਂ ਚੀਜ਼ਾਂ ਸਾਨੂੰ ਕਿੱਥੇ ਹਜਮ ਹੁੰਦੀਆਂ ਹਨ। ਬਾਬਾ ਜੀ ਕਹਿਣ ਲੱਗੇ, ਗੁਰੂ ਨਾਨਕ ਪਾਤਸ਼ਾਹ ਤੇਰੇ ਤੇ ਮਿਹਰ ਕਰੇ, ਪਰ ਇੱਕ ਵਾਅਦਾ ਕਰਕੇ ਜਾਈਂ, ਅੱਜ ਤੋਂ ਬਾਅਦ ਕਿਸੇ ਗਰੀਬ ਨੂੰ ਦੁੱਖ ਨਾ ਦੇਈਂ। ਤਾਜਾ ਬਾਬਾ ਜੀ ਦੇ ਚਰਨਾਂ ਤੇ ਢਹਿ ਪਿਆ ਅਤੇ ਕਹਿਣ ਲੱਗਾ, ਮਹਾਪੁਰਸ਼ੋ, ਕਿਰਪਾ ਕਰੋ, ਅੱਜ ਤੋਂ ਬਾਅਦ ਮੈਂ ਡਾਕਾ ਅਤੇ ਚੋਰੀ ਦਾ ਕੰਮ ਛੱਡਿਆ। ਉਸਨੇ ਬੇਨਤੀ ਕੀਤੀ, ਬਾਬਾ ਜੀ, ਮੇਰੇ ਵਾਸਤੇ ਦੁਆ ਕਰੋ ਤਾਂ ਕਿ ਇਹ ਚੋਰੀ ਤੇ ਡਾਕੇ ਦਾ ਕੰਮ ਮੇਰੇ ਤੋਂ ਛੁੱਟ ਜਾਵੇ। ਬਾਬਾ ਜੀ ਨੇ ਜਪਜੀ ਸਾਹਿਬ ਜੀ ਦੀਆਂ 5 ਪੌੜੀਆਂ ਦਾ ਪਾਠ ਕਰਕੇ ਅਰਦਾਸ ਕੀਤੀ ਅਤੇ ਕਹਿਣ ਲੱਗੇ, ਤਾਜਿਆ, ਜਾ, ਗੁਰੂ ਨਾਨਕ ਪਾਤਸ਼ਾਹ ਤੇਰੇ ਤੇ ਮਿਹਰ ਕਰਨਗੇ। ਗੁਰੂ ਸਵਾਰੀ ਸਾਧ ਸੰਗਤ ਜੀ, ਤਾਂ ਹੀ ਤਾਂ ਗੁਰੂ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਬਖਸ਼ਿਸ਼ ਕੀਤੀ ਹੈ, ਸੰਤਨ ਬਿਨ ਅਵਰ ਨਾ ਦਾਤਾ ਬੀਆ, ਜੋ ਜੋ ਸਰਨ ਪਰੇ ਸਾਧੂ ਕੀ, ਸੋ ਪਾਰ ਗਰਾਮੀ ਕੀਆ। ਤਾਜਾ ਐਸਾ ਸੁਧਰਿਆ ਕਿ ਮਹੀਨੇ ਵਿੱਚ 2-4 ਵਾਰ ਮੁਰਾਲੇ ਡੇਰੇ ਆਉਂਦਾ ਅਤੇ ਆਸ਼ੀਰਵਾਦ ਲੈ ਕੇ ਜਾਂਦਾ। ਇੱਕ ਦਿਨ ਬਾਬਾ ਖਜ਼ਾਨ ਸਿੰਘ ਜੀ ਨੇ ਤਾਜੇ ਨੂੰ ਕਿਹਾ, ਤਾਜਿਆ, ਸੱਚ ਦੱਸ, ਇੰਨੀ ਅਥਰੀ ਘੋੜੀ ਅਤੇ ਉਸ ਨੂੰ ਤੂੰ ਕਿਸ ਤਰ੍ਹਾਂ ਕਾਬੂ ਕੀਤਾ? ਤੇਰੇ ਮਨ ਵਿੱਚ ਉਸ ਨੂੰ ਵਾਪਸ ਕਰਨ ਦਾ ਖਿਆਲ ਕਿਵੇਂ ਪੈਦਾ ਹੋਇਆ? ਤਾਜੇ ਨੇ ਕਿਹਾ, ਬਾਬਾ ਜੀ, ਮੈਂ ਇੱਕ ਪੱਥਰ ਦਿਲ ਇਨਸਾਨ ਹਾਂ, ਮੈਂ ਕਦੀ ਕਿਸੇ ਤੇ ਤਰਸ ਨਹੀਂ ਕੀਤਾ। ਚੋਰੀ ਦੇ ਸਮਾਨ ਨੂੰ ਸੰਭਾਲਣ ਵਾਸਤੇ ਮੈਂ ਗੁਪਤ ਇੱਕ ਇਹੋ ਜਿਹਾ ਤਹਿਖਾਨਾ ਬਣਾਇਆ ਹੋਇਆ ਹੈ ਕਿ ਬੜਾ ਯਤਨ ਕਰਨ ਤੇ ਵੀ ਅੱਜ ਤੱਕ ਉਸ ਦਾ ਕਿਸੇ ਨੂੰ ਪਤਾ ਨਹੀਂ ਲੱਗਾ। ਘੋੜੀ ਦੌੜਦੀ ਹੋਈ ਆ ਰਹੀ ਸੀ, ਮੈਂ ਦੌੜ ਕੇ ਘੋੜੀ ਦੇ ਅੱਗੇ ਹੋਇਆ, ਘੋੜੀ ਖਲੋ ਗਈ, ਮੈਂ ਉਸ ਨੂੰ ਫੜ ਕੇ ਉਸ ਤਹਿਖਾਨੇ ਵਿੱਚ ਲੈ ਗਿਆ। ਬਾਹਰੋਂ ਮੇਰੇ ਕੰਨਾਂ ਵਿੱਚ ਆਵਾਜ਼ ਪਈ, ਭਈ ਤਾਜਿਆ, ਇਹ ਘੋੜੀ ਤੈਨੂੰ ਫਲਣੀ ਨਹੀਂ, ਇਹ ਮੁਰਾਲੇ ਵਾਲੇ ਸੰਤਾਂ ਦੀ ਘੋੜੀ ਹੈ। ਪਤਾ ਨਹੀਂ ਉਹ ਕਿਸ ਦੀ ਆਵਾਜ਼ ਸੀ ਤੇ ਉਹ ਕੌਣ ਸੀ, ਪਰ ਆਵਾਜ਼ ਸੁਣਦਿਆਂ ਹੀ ਮੇਰਾ ਦਿਲ ਕਮਜ਼ੋਰ ਪੈ ਗਿਆ, ਮੇਰਾ ਸਰੀਰ ਕੰਬ ਗਿਆ। ਬਾਬਾ ਜੀ, ਮੈਂ ਕੀ ਦੱਸਾਂ, ਮੈਂ ਆਪਣੇ ਮਨ ਨੂੰ ਪੱਕਾ ਕਰੀ ਗਿਆ, ਪਰ ਅੰਦਰੋਂ ਉਹੀ ਆਵਾਜ਼ਾਂ, ਤਾਜਿਆ, ਇਹ ਘੋੜੀ ਤੈਨੂੰ ਫਲਣੀ ਨਹੀਂ, ਇਹ ਮੁਰਾਲੇ ਵਾਲੇ ਸੰਤਾਂ ਦੀ ਘੋੜੀ ਹੈ। 2 ਰਾਤਾਂ ਮੈਂ ਬੜੀ ਮੁਸ਼ਕਲ ਨਾਲ ਕੱਢੀਆਂ, ਨਾ ਦਿਨੇ ਚੈਨ ਨਾ ਰਾਤੀ ਚੈਨ। ਆਖਿਰ ਤੰਗ ਆ ਕੇ ਮੈਂ ਘੋੜੀ ਦੇ ਗਲ 101 ਰੁਪਏ ਦਾ ਹਾਰ ਪਾਇਆ ਅਤੇ ਤੁਰ ਪਿਆ। ਹੁਣ ਮੈਂ ਉਹ ਚੋਰੀ ਵਾਲਾ ਤਹਿਖਾਨਾ ਵੀ ਢਾ ਦਿੱਤਾ ਹੈ। ਚੋਰੀ ਦੇ ਜਿਹੜੇ ਡੰਗਰ ਸਨ ਉਹ ਵੀ ਖੁੱਲੇ ਛੱਡ ਦਿੱਤੇ ਹਨ। ਜਦੋਂ ਦਾ ਇਹ ਕੰਮ ਛੱਡਿਆ ਹੈ ਮੈਂ ਬੜਾ ਸੁਖੀ ਹਾਂ। ਪਹਿਲਾਂ ਕਦੇ ਕਦਾਈ ਮੈਨੂੰ ਹੱਥ ਤੰਗੀ ਆ ਜਾਂਦੀ ਸੀ, ਪਰ ਹੁਣ ਅੱਲਾ ਦਾ ਫਜ਼ਲ ਹੈ, ਮੇਰੇ ਤੇ ਬੜੀ ਰਹਿਮਤ ਹੈ। ਧੰਨ ਸੰਤ ਬਾਬਾ ਪ੍ਰੇਮ ਸਿੰਘ ਜੀ, ਧੰਨ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਖ ਤੋਂ ਕਹਿਣ ਲੱਗਾ। ਗੁਰੂ ਸਵਾਰੀ ਸਾਧ ਸੰਗਤ ਜੀ, ਤਾਂ ਹੀ ਤਾਂ ਗੁਰਬਾਣੀ ਦਾ ਪਵਿੱਤਰ ਫਰਮਾਨ ਹੈ, ਕਾਮ ਕ੍ਰੋਧ ਬੁਰਾਈਆਂ ਸੰਗ ਸਾਧਾਂ ਟੁੱਟ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ। ਸਨ 1932-33 ਦੀ ਗੱਲ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਮਜਹਬੀ ਸ਼ੋਰ ਸ਼ਰਾਬਾ ਹੋ ਗਿਆ। ਕੁਝ ਇੱਕ ਮਜਹਬੀ ਜਨੂਨੀਆਂ ਤੇ ਮੁਸਲਮਾਨਾਂ ਨੇ ਸੰਤ ਬਾਬਾ ਸੁੰਦਰ ਸਿੰਘ ਜੀ ਦੇ ਡੇਰੇ
ਅਲੀ ਬੇਗ ਨੂੰ ਅੱਗ ਲਾ ਦਿੱਤੀ। ਬਾਬਾ ਜੀ ਆਪਣੇ ਸੇਵਕਾਂ ਸਮੇਤ ਥੱਲੇ ਜੇਹਲਮ ਆ ਗਏ। ਮਰਾਲੇ ਦਾ ਡੇਰਾ ਬਿਲਕੁਲ ਜੰਮੂ ਦੀ ਹੱਦ ਤੇ ਲੱਗਦਾ ਸੀ। ਇਸ ਗੱਲ ਦਾ ਖਤਰਾ ਹੋ ਗਿਆ ਕਿ ਇਹ ਭੜਕੇ ਹੋਏ ਲੋਕ ਕਿਤੇ ਮਰਾਲੇ ਦੇ ਡੇਰੇ 'ਚ ਨੁਕਸਾਨ ਨਾ ਕਰਨ। ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਢਾਡੀ ਜਥੇ ਮੰਗਵਾਏ। ਦੋਨੋਂ ਟਾਈਮ ਢਾਡੀ ਸਿੰਘ ਸ਼ੂਰਵੀਰਤਾ ਤੇ ਯੋਧਿਆਂ ਦੀਆਂ ਵਾਰਾਂ ਸੁਣਾ ਕੇ ਸੰਗਤਾਂ ਵਿੱਚ ਜੋਸ਼ ਭਰਦੇ। ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਗਿਆਨੀ ਹਰਚਰਨ ਸਿੰਘ ਨੂੰ ਨਾਲ ਲੈ ਕੇ ਪਿੰਡਾਂ ਦੇ ਦੌਰੇ ਕਰਨੇ ਸ਼ੁਰੂ ਕਰ ਦਿੱਤੇ। ਦੀਵਾਨਾਂ ਵਿੱਚ ਅਤੇ ਨਾਲ ਹੀ ਢਾਡੀ ਜਥੇ ਵੀ ਪਿੰਡਾਂ 'ਚ ਭੇਜ ਦਿੱਤੇ। ਦੀਵਾਨਾਂ ਵਿੱਚ ਬਾਬਾ ਜੀ ਖੁਦ ਜਾਂਦੇ ਅਤੇ ਲੋਕਾਂ ਵਿੱਚ ਸ਼ੂਰਵੀਰਤਾ ਭਰਦੇ। ਬਾਬਾ ਜੀ ਕਹਿੰਦੇ, ਤਗੜੇ ਹੋ ਕੇ ਰਹਿਣਾ ਹੈ, ਡਰਨਾ ਨਹੀਂ, ਮਰਦਾਂ ਵਾਂਗ ਜਿਉਣਾ ਹੈ। ਨਾ ਕਿਸੇ ਨੂੰ ਡਰਨਾ ਹੈ ਤੇ ਨਾ ਕਿਸੇ ਪਾਸੋਂ, ਨਾ ਕਿਸੇ ਨੂੰ ਡਰਾਉਣਾ ਹੈ ਤੇ ਨਾ ਕਿਸੇ ਪਾਸੋਂ ਡਰਨਾ ਹੈ। ਇਹ ਗੱਲ ਦਾ ਮੁਸਲਮਾਨਾਂ ਨੂੰ ਜਦੋਂ ਪਤਾ ਲੱਗਾ ਕਿ ਬਾਬਾ ਜੀ ਪਿੰਡਾਂ ਵਿੱਚ ਜਾਂਦੇ ਹਨ ਤੇ ਲੋਕਾਂ ਨੂੰ ਸੂਰਵੀਰਤਾ ਦਾ ਉਪਦੇਸ਼ ਦਿੰਦੇ ਹਨ। ਇੱਕ ਦਿਨ ਇਲਾਕੇ ਦੇ ਕੁਝ ਮੁਖੀ ਮੁਸਲਮਾਨਾਂ ਨੇ ਇਕੱਠਿਆਂ ਹੋ ਕੇ ਡੇਰੇ ਆ ਕੇ ਬਾਬਾ ਜੀ ਨੂੰ ਮਿਲਣਾ ਕੀਤਾ। ਮੁਸਲਮਾਨਾਂ ਦੇ ਮੁਖੀ ਮੁਸਲਮਾਨ ਨੇ ਬਾਬਾ ਜੀ ਨੂੰ ਕਿਹਾ, ਬਾਬਾ ਜੀ, ਜੰਮੂ ਅਤੇ ਕਸ਼ਮੀਰ ਦੇ ਰੌਲੇ ਕਰਕੇ ਲੱਗਦਾ ਹੈ ਤੁਸੀਂ ਮੁਸਲਮਾਨਾਂ ਤੇ ਨਾਰਾਜ਼ ਹੋ, ਪਰ ਅਸੀਂ ਤਾਂ ਤੁਹਾਨੂੰ ਸਿੱਖਾਂ ਅਤੇ ਮੁਸਲਮਾਨਾਂ ਦੀ ਤਰ੍ਹਾਂ ਆਪਣਾ ਪੀਰ ਹੀ ਸਮਝਦੇ ਹਾਂ। ਇਲਾਕੇ ਦੇ ਸਾਰੇ ਮੁਸਲਮਾਨ ਤੁਹਾਡਾ ਅੰਦਰੋਂ ਸਤਿਕਾਰ ਕਰਦੇ ਹਨ ਤੇ ਤੁਹਾਨੂੰ ਸਾਂਝਾ ਫਕੀਰ ਸਮਝਦੇ ਹਨ। ਤੁਹਾਡਾ ਤੇ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਹੈ ਤੇ ਨਾ ਹੀ ਤੁਹਾਡੇ ਮਨ ਵਿੱਚ ਕੋਈ ਘਬਰਾਹਟ ਹੋਣੀ ਚਾਹੀਦੀ ਹੈ। ਅੱਗੋਂ ਬਾਬਾ ਜੀ ਨੇ ਉੱਤਰ ਦਿੱਤਾ, ਚੌਧਰੀ ਸਾਹਿਬ, ਸਾਨੂੰ ਨਾ ਤੇ ਕੋਈ ਘਬਰਾਹਟ ਹੈ ਤੇ ਨਾ ਹੀ ਅਸੀਂ ਕਿਸੇ ਪਾਸੋਂ ਡਰਦੇ ਹਾਂ। ਅਸੀਂ ਜੇ ਕੋਈ ਸਾਨੂੰ 5 ਰੁਪਏ ਭਾਜੀ ਪਾਵੇ ਤੇ ਦੁੱਗਣੀ ਕਰਕੇ 10 ਰੁਪਏ ਮੋੜਨੀ ਜਾਣਦੇ ਹਾਂ। ਜਿੰਨੇ ਵੀ ਮੁਖੀ ਮੁਸਲਮਾਨ ਬੈਠੇ ਸਨ, ਸਾਰੇ ਬਾਬਾ ਜੀ ਦਾ ਉੱਤਰ ਸੁਣ ਕੇ ਹੈਰਾਨ ਹੋ ਗਏ। ਬਾਬਾ ਜੀ ਦੇ ਇਸ ਮੂੰਹ ਤੋੜਵਾਂ ਜਵਾਬ ਨੇ ਪੂਰੇ ਇਲਾਕੇ ਵਿੱਚ ਹਾਹਾਕਾਰ ਮਚਾ ਦਿੱਤੀ। ਲੋਕਾਂ ਨੂੰ ਪਤਾ ਲੱਗ ਗਿਆ ਕਿ ਬਾਬਾ ਜੀ ਨੇ ਇੰਨੀ ਦਲੇਰੀ ਅਤੇ ਨਿਡਰਤਾ ਨਾਲ ਜਵਾਬ ਦਿੱਤਾ ਹੈ। ਕਿਸੇ ਵੀ ਜਨੂਨੀ ਮਜ਼੍ਹਬੀ ਮੁਸਲਮਾਨ ਦਾ ਡੇਰੇ ਵੱਲ ਕੈਰੀ ਅੱਖ ਕਰਨ ਦਾ ਹੀਆ ਨਾ ਪਿਆ। ਸੰਨ 1935 ਵਿੱਚ ਅੰਗਰੇਜ਼ ਸਰਕਾਰ ਨੇ ਇੰਡੀਆ ਐਕਟ ਬਣਾਇਆ, ਜਿਸ ਰਾਹੀਂ ਹਿੰਦੁਸਤਾਨੀਆਂ ਨੂੰ ਸੂਬਿਆਂ ਵਿੱਚ ਪਾਰਲੀਮੈਂਟ ਅਤੇ ਅਸੈਂਬਲੀਆਂ ਬਣਾਉਣ ਦਾ ਹੱਕ ਦਿੱਤਾ। ਪੰਜਾਬ ਵਿੱਚ ਪਹਿਲਾ ਇਲੈਕਸ਼ਨ 1936 ਵਿੱਚ ਹੋਇਆ। ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਸਮੇਂ ਦੀ ਨਿਜਾਕਤ ਨੂੰ ਦੇਖਦਿਆਂ ਹੋਇਆਂ ਅਤੇ ਸੰਗਤਾਂ ਦੇ ਕਹਿਣ ਤੇ ਅਕਾਲੀ ਦਲ ਵੱਲੋਂ ਇਲੈਕਸ਼ਨ ਲੜਨ ਦਾ ਮਨ ਬਣਾਇਆ। ਉਸ ਸਮੇਂ ਸੀਟਾਂ ਮਜ਼੍ਹਬੀ ਆਧਾਰ ਤੇ ਮਿਲਦੀਆਂ ਸਨ। ਗੁਜਰਾਤ ਅਤੇ ਸਰਗੋਧੇ ਵਿੱਚ ਇੱਕ ਮੈਂਬਰ ਚੁਣਿਆ ਜਾਣਾ ਸੀ। ਜਦੋਂ ਬਾਬਾ ਜੀ ਨੇ ਪੱਕਾ ਇਰਾਦਾ ਬਣਾ ਲਿਆ ਤਾਂ ਉਹਨਾਂ ਨੇ ਗਿਆਨੀ ਹਰਚਰਨ ਸਿੰਘ ਨਾਲ ਗੱਲ ਕੀਤੀ ਕਿ ਸਾਡਾ ਅਕਾਲੀ ਦਲ ਵੱਲੋਂ ਇਲੈਕਸ਼ਨ ਲੜਨ ਦਾ ਵਿਚਾਰ ਹੈ। ਤਾਂ ਗਿਆਨੀ ਹਰਚਰਨ ਸਿੰਘ ਜੀ ਨੇ ਕਿਹਾ, ਬਾਬਾ ਜੀ ਦੇਖ ਲਓ, ਬੜਾ ਔਖਾ ਕੰਮ ਲੱਗਦਾ ਹੈ। ਤੁਸੀਂ ਇੱਥੇ ਮੁਸਲਮਾਨਾਂ ਦੇ ਇਲਾਕੇ ਵਿੱਚ ਰਹਿੰਦੇ ਹੋ। ਕੱਲ ਨੂੰ ਇਲੈਕਸ਼ਨ ਮੁਸਲਿਮ ਲੀਗ ਅਤੇ ਅਕਾਲੀ ਦਲ ਦੇ ਵਿੱਚ ਹੋਵੇਗਾ। ਤੁਸੀਂ ਇਲੈਕਸ਼ਨ ਅਕਾਲੀ ਦਲ ਵੱਲੋਂ ਲੜਨਾ ਹੈ, ਸਰਕਾਰ ਨਾਲ ਤੁਹਾਡਾ ਵਿਗਾੜ ਪਵੇਗਾ। ਬਾਬਾ ਜੀ ਅੱਗੋਂ ਕਹਿਣ ਲੱਗੇ, ਗਿਆਨੀ ਜੀ, ਦੁਨੀਆ ਦੇਖਣੀ ਹੈ ਕਿ ਦੀਨ ਦੇਖਣਾ ਹੈ? ਸਰਕਾਰ ਸਾਡੇ ਸੱਜੇ ਪੱਟੋਂ ਨਹੀਂ ਨਿਕਲੀ ਹੋਈ। ਜੋ ਵੀ ਹੋਵੇ ਅਸੀਂ ਇਲੈਕਸ਼ਨ ਲੜਨਾ ਹੀ ਲੜਨਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਗੁਜਰਾਤ ਤੇ ਸਰਗੋਧੇ ਤੋਂ ਸਿੱਖ ਸੀਟ ਤੋਂ ਸੰਤ ਬਾਬਾ ਪ੍ਰੇਮ ਸਿੰਘ ਜੀ ਨੂੰ ਟਿਕਟ ਦਿੱਤਾ। ਮੁਕਾਬਲੇ ਤੇ ਸਰਦਾਰ ਹਰੀ ਸਿੰਘ, ਰਿਟਾਇਰਡ ਡਿਪਟੀ ਕਮਿਸ਼ਨਰ ਅਤੇ ਸਰਦਾਰ ਹਰਬੰਸ ਸਿੰਘ ਜੀ, ਆਨਰਰੀ ਮੈਜਿਸਟ੍ਰੇਟ, ਮੈਦਾਨ ਵਿੱਚ ਆਏ।
ਸਰਦਾਰ ਸੁੰਦਰ ਸਿੰਘ ਜੀ ਮਜੀਠੀਆ ਨੇ ਦੋਵਾਂ ਨੂੰ ਇਕੱਠਿਆਂ ਕਰਕੇ ਸਮਝਾਇਆ ਕਿ ਤੁਸੀਂ ਇੱਕ ਜਣਾ ਇਲੈਕਸ਼ਨ ਲੜੋ ਤਾਂ ਕਿ ਇਸ ਮਹੰਤ ਨੂੰ ਇਲੈਕਸ਼ਨ ਵਿੱਚ ਹਰਾ ਸਕੋ। ਸਰਦਾਰ ਹਰੀ ਸਿੰਘ ਬੜਾ ਧਨਾੜ ਆਦਮੀ ਸੀ ਅਤੇ ਸਰਦਾਰ ਹਰਬੰਸ ਸਿੰਘ ਵੀ ਬੜਾ ਧਨਾੜ ਆਦਮੀ ਸੀ। ਫੈਸਲਾ ਇਹ ਹੋਇਆ ਕਿ ਸਰਦਾਰ ਹਰਬੰਸ ਸਿੰਘ ਇਲੈਕਸ਼ਨ ਲੜੇਗਾ। ਇਲੈਕਸ਼ਨ ਦੀਆਂ ਤਿਆਰੀਆਂ ਹੋ ਗਈਆਂ। ਗੁਰੂ ਮਹਾਰਾਜ ਦੀ ਕਿਰਪਾ ਸਦਕਾ ਇਲੈਕਸ਼ਨ ਬੜਾ ਹੱਸ ਕੇ ਹੋਇਆ, ਪਰ ਮਹਾਰਾਜ ਨੇ ਇਹੋ ਜੀ ਮਿਹਰ ਕੀਤੀ ਜਿਸ ਦੇ ਹੋਵੇ ਵੱਲ ਕਦੇ ਨਾ ਹਾਰਦਾ। ਸੰਤ ਬਾਬਾ ਪ੍ਰੇਮ ਸਿੰਘ ਜੀ ਸਰਦਾਰ ਹਰਬੰਸ ਸਿੰਘ ਜੀ ਨਾਲੋਂ ਡਿਉੜੀਆਂ ਵੋਟਾਂ ਲੈ ਗਏ ਅਤੇ ਬੜੀ ਚੰਗੀ ਜਿੱਤ ਪ੍ਰਾਪਤ ਕੀਤੀ। 1943 ਈਸਵੀ ਵਿੱਚ ਸਰਦਾਰ ਤੇਜਾ ਸਿੰਘ ਮੱਟ ਨੰਗਲ ਵਾਲੇ ਅਤੇ ਸਰਦਾਰ ਦਰਗਾਹ ਸਿੰਘ ਜੀ ਮਿਰਜ਼ਾਪੁਰੀ ਹੋਰ ਸੰਗਤਾਂ ਨੂੰ ਨਾਲ ਲੈ ਕੇ ਬਾਬਾ ਜੀ ਪਾਸ ਪਹੁੰਚੇ ਅਤੇ ਬੇਨਤੀ ਕੀਤੀ ਕਿ ਬਾਬਾ ਜੀ, ਸਾਡੇ ਕਾਲਰ ਇਲਾਕੇ ਵਿੱਚ ਵੀ ਇੱਕ ਹਾਈ ਸਕੂਲ ਦੀ ਬਹੁਤ ਜ਼ਰੂਰਤ ਹੈ। ਆਪ ਕਿਰਪਾ ਕਰਕੇ ਉੱਥੇ ਹਾਈ ਸਕੂਲ ਬਣਵਾਉਣ ਦਾ ਉਪਰਾਲਾ ਕਰੋ। ਬਾਬਾ ਜੀ ਨੇ ਕਿਹਾ, ਸਾਡਾ ਸਰੀਰ ਹੁਣ ਬੜਾ ਕਮਜ਼ੋਰ ਹੋ ਚੁੱਕਾ ਹੈ, ਸਾਡਾ ਸਰੀਰ ਹੁਣ ਖੇਚਲ ਨਹੀਂ ਸਹਿੰਦਾ। ਤੁਸੀਂ ਇਸ ਤਰ੍ਹਾਂ ਕਰੋ, ਆਪਣੇ ਇਲਾਕੇ ਵਿੱਚ ਜਾ ਕੇ ਉਗਰਾਹੀ ਕਰੋ। ਜਿੰਨੀ ਮਾਇਆ ਤੁਹਾਡੇ ਇਲਾਕੇ ਵਿੱਚੋਂ ਇਕੱਠੀ ਹੋਏਗੀ ਉਸ ਦੇ ਬਰਾਬਰ ਮਾਇਆ ਸਾਡੇ ਕੋਲ ਆ ਕੇ ਲੈ ਜਾਣਾ। ਅੱਗੋਂ ਸਰਦਾਰ ਤੇਜਾ ਸਿੰਘ ਜੀ ਨੇ ਉੱਤਰ ਦਿੱਤਾ, ਨਾ 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 ਬਾਬਾ ਜੀ, ਅਸੀਂ ਤੁਹਾਡੇ ਪਾਸੋਂ ਤਾਂ ਇੱਕ ਪਾਈ ਵੀ ਨਹੀਂ ਲੈਣੀ। ਆਪ ਜੀ ਤਾਂ ਬਸ ਕਿਰਪਾ ਕਰਕੇ ਇਲਾਕੇ ਵਿੱਚ ਦਰਸ਼ਨ ਦਿਓ। ਬਾਬਾ ਜੀ ਨੇ ਉਹਨਾਂ ਦੀ ਬੇਨਤੀ ਸਵੀਕਾਰ ਕਰ ਲਈ। ਬਾਬਾ ਜੀ 1 ਮਹੀਨੇ ਵਾਸਤੇ ਉਹਨਾਂ ਦੇ ਇਲਾਕੇ ਵਿੱਚ ਚਲੇ ਗਏ। ਉਗਰਾਹੀ ਕੀਤੀ ਗਈ, ਮਾਇਆ ਇਕੱਠੀ ਕਰਕੇ ਹਾਈ ਸਕੂਲ ਦੀ ਇਮਾਰਤ ਤਿਆਰ ਕਰਵਾਈ ਗਈ। ਬਾਬਾ ਜੀ ਨੇ ਪਿੰਡ ਵਿੱਚ ਹੀ ਕਮੇਟੀ ਬਣਾ ਕੇ ਲੰਬੜਦਾਰ ਜੇਠਾ ਸਿੰਘ ਨੂੰ ਖਜ਼ਾਨਚੀ ਥਾਪ ਕੇ ਮਾਇਆ ਉਹਦੇ ਹਵਾਲੇ ਕਰਕੇ ਵਾਪਸ ਮਰਾਲੇ ਆ ਗਏ। ਹਿੰਦੁਸਤਾਨ ਦੀ ਪਵਿੱਤਰ ਧਰਤੀ ਤੇ ਜਿਉਂ-ਜਿਉਂ ਵੀ ਅਵਤਾਰ ਗੁਰੂ ਸਾਹਿਬਾਨ ਜਾਂ ਬੰਦਗੀ ਵਾਲੀਆਂ ਰੂਹਾਂ ਆਈਆਂ ਹਨ, ਉਹਨਾਂ ਨੇ ਹੰਕਾਰੀ ਲੋਕਾਂ ਨੂੰ ਦਰਕਿਨਾਰ ਕਰਕੇ ਗਰੀਬਾਂ ਅਤੇ ਪਿਛੜੇ ਹੋਏ ਲੋਕਾਂ ਨੂੰ ਗਲ ਨਾਲ ਲਾਇਆ ਹੈ। ਤ੍ਰੇਤਾ ਯੁੱਗ ਵਿੱਚ ਭਗਵਾਨ ਰਾਮ ਜੀ ਨੇ ਅਛੂਤ ਜਾਤ ਤੋਂ ਸੰਬੰਧ ਰੱਖਣ ਵਾਲੀ ਭੀਲਨੀ ਨੂੰ ਮਾਨ ਸਨਮਾਨ ਦਿੰਦਿਆਂ ਹੋਇਆਂ ਉਸ ਸਮੇਂ ਦੇ ਆਪਣੇ ਆਪ ਨੂੰ ਤਪੱਸਿਆ ਤੇ ਭਗਤੀ ਤੇ ਮਾਣ ਰੱਖਣ ਵਾਲੇ ਲੋਕਾਂ ਨੂੰ ਦਰਕਿਨਾਰ ਕੀਤਾ। ਦੁਆਪਰ ਯੁੱਗ ਵਿੱਚ ਭਗਵਾਨ ਕ੍ਰਿਸ਼ਨ ਜੀ ਨੇ ਦੁਰਯੋਧਨ ਤੇ ਹੰਕਾਰ ਤੇ ਸੱਟ ਮਾਰਦਿਆਂ ਹੋਇਆਂ ਬਿਦਰ ਦੇ ਘਰ ਦਾ ਪ੍ਰਸ਼ਾਦਾ ਛਕਿਆ। ਕਲਯੁਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਗੋ ਦੇ ਹੰਕਾਰ ਨੂੰ ਚੋਟ ਕਰਦਿਆਂ ਹੋਇਆਂ ਭਾਈ ਲਾਲੋ ਜੀ ਦੇ ਘਰ ਦਾ ਪ੍ਰਸ਼ਾਦਾ ਛਕਿਆ ਅਤੇ ਉਸ ਨੂੰ ਗਲ ਨਾਲ ਲਾਇਆ। ਸ਼ਾਇਦ ਇਹੋ ਜਿਹੇ ਖਿਆਲਾਂ ਦੀ ਪਵਿੱਤਰ ਆਤਮਾ ਪੂਰਨ ਪੁਰਖ ਰਾਜੇ ਜੋਗੀ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ, ਉਹਨਾਂ ਦਾ ਵੀ ਕੁਝ ਇਹੋ ਜਿਹਾ ਹੀ ਨਿਸ਼ਾਨਾ ਸੀ, ਜਿਸ ਦੀ ਮਿਸਾਲ ਪਿੰਡ ਟਾਂਡਾ ਵਿਖੇ ਅੰਮ੍ਰਿਤ ਸੰਚਾਰ ਸਮੇਂ ਬਾਬਾ ਜੀ ਨੇ ਜਿੱਥੇ ਲਬਾਣੇ ਸਿੰਘਾਂ ਨੂੰ ਅੰਮ੍ਰਿਤ ਛਕਾਇਆ, ਹਜ਼ਾਰਾਂ ਅਛੂਤਾਂ, ਮੇਘਾਂ ਅਤੇ ਮਹਾਸ਼ਿਆਂ ਨੂੰ ਵੀ ਅੰਮ੍ਰਿਤ ਛਕਾ ਕੇ ਸੰਗਤ ਅਭੇਦ ਦਾ ਬਹੁਤ ਵੱਡਾ ਨਮੂਨਾ ਦਿੱਤਾ। ਉਹਨਾਂ ਲੋਕਾਂ ਨੂੰ ਖੂਹਾਂ ਤੋਂ ਪਾਣੀ ਭਰਨ ਦੀ ਖੁੱਲ੍ਹ ਦਿੱਤੀ। ਲੁਬਾਣਾ ਬਰਾਦਰੀ ਜੋ ਕਿ ਆਪਣੇ ਵਿਰਸੇ ਤੋਂ ਬੜੀ ਦੂਰ ਜਾ ਚੁੱਕੀ ਸੀ ਅਤੇ ਸਮੇਂ ਦੀ ਹਕੂਮਤ ਤੇ ਅਗਾਂਹ ਵਧੂ ਲੋਕਾਂ ਨੇ ਇਸ ਬਰਾਦਰੀ ਨੂੰ ਬੜਾ ਲਤਾੜਨ ਦੀ ਕੋਸ਼ਿਸ਼ ਕੀਤੀ। ਅੱਜ ਉਹ ਸਮਾਂ ਆ ਗਿਆ ਜਦੋਂ ਇਸ ਬਰਾਦਰੀ ਨੇ ਸੇਵਾ ਭਾਵ ਅਤੇ ਸ਼ਰਧਾ ਨਾਲ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਅੰਦਰ ਇੱਕ ਵਿਸ਼ੇਸ਼ ਥਾਂ ਬਣਾ ਲਈ।
ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਇਲੈਕਸ਼ਨ ਲੜਨ ਤੋਂ ਬਾਅਦ ਜਦੋਂ MLA ਬਣੇ ਤਾਂ ਉਹਨਾਂ ਨੇ ਇਸ ਪਿਛੜੀ ਹੋਈ ਅਤੇ ਵਿਰਸਾ ਭੁੱਲ ਚੁੱਕੀ ਹੋਈ ਬਰਾਦਰੀ ਨੂੰ ਦੂਜੀਆਂ ਬਰਾਦਰੀਆਂ ਦੇ ਬਰਾਬਰ ਖੜਾ ਕਰਨ ਦਾ ਮਨ ਬਣਾਇਆ। ਇੱਕ ਦਿਨ ਇੱਕ ਅਕਾਲੀ ਲੀਡਰ ਨੇ ਬਾਬਾ ਜੀ ਨੂੰ ਕਿਹਾ, ਬਾਬਾ ਜੀ ਤੁਸੀਂ ਤਾਂ ਇੱਕ ਪੂਰਨ ਪੁਰਖ ਹੋ, ਤਾਂ ਗੁਰੂ ਘਰ ਵਿੱਚ ਤਾਂ ਜਾਤੀਵਾਦ ਨੂੰ ਕੋਈ ਥਾਂ ਨਹੀਂ, ਫਿਰ ਤੁਸੀਂ ਗੁਰਸਿੱਖੀ ਦੇ ਸਾਗਰ ਨੂੰ ਛੱਡ ਕੇ ਇਹਨਾਂ ਛਪੜੀਆਂ ਵਿੱਚ ਵੜਨ ਦਾ ਕਿਉਂ ਮਨ ਬਣਾਇਆ ਹੈ? ਬਾਬਾ ਜੀ ਨੇ ਉੱਤਰ ਦਿੱਤਾ, ਸਿੰਘ ਸਾਹਿਬ ਜੀ ਮੈਨੂੰ ਇੱਕ ਗੱਲ ਦੱਸੋ, ਕਿਹੜੀ ਬਰਾਦਰੀ ਹੈ ਜਿਹੜੀ ਜਾਤ ਪਾਤ ਦੇ ਵਿਤਕਰੇ ਤੋਂ ਉੱਪਰ ਹੈ? ਮੈਨੂੰ ਕੋਈ ਇੱਕ ਲੀਡਰ ਦੱਸੋ ਜਿਹੜਾ ਜਾਤ ਪਾਤ ਦੇ ਵਿਤਕਰੇ ਤੋਂ ਬਚਿਆ ਹੋਇਆ ਹੈ। ਇਹ ਲਬਾਣਾ ਬਰਾਦਰੀ ਜਿਹੜੀ ਮੇਰੀ ਇੱਕ ਉਂਗਲ ਦੇ ਇਸ਼ਾਰੇ ਤੇ ਹਰ ਕੁਰਬਾਨੀ ਕਰਨ ਨੂੰ ਤਿਆਰ ਹੈ। ਮੈਂ ਇਹਨਾਂ ਦਾ ਲੀਡਰ ਹਾਂ, ਮੈਨੂੰ ਇਹਨਾਂ ਦੀਆਂ ਤਕਲੀਫਾਂ ਦਾ ਪਤਾ ਹੈ, ਇਸ ਕਰਕੇ ਮੇਰਾ ਇਸ ਬਰਾਦਰੀ ਨਾਲ ਵਿਸ਼ੇਸ਼ ਪਿਆਰ ਹੈ। ਬਜਾਏ ਇਹਨਾਂ ਨੂੰ ਕੱਲੇ-ਕੱਲੇ ਮਿਲਣ ਦੇ ਮੇਰੀ ਸੋਚ ਹੈ ਕਿ ਇਹਨਾਂ ਨੂੰ ਵਿਦਿਅਕ ਅੱਖਾਂ ਦੇ ਕੇ ਇਹਨਾਂ ਨੂੰ ਇਹਨਾਂ ਦੇ ਪੈਰਾਂ ਤੇ ਖੜਾ ਕਰ ਸਕਾਂ। ਇਹਨਾਂ ਦਾ ਖਾਣ ਪੀਣ, ਬੋਲ ਚਾਲ, ਰਹਿਣੀ ਬਹਿਣੀ ਬਦਲ ਕੇ ਪੂਰਨ ਗੁਰਸਿੱਖੀ ਦੀ ਪਿਉਂਦ ਲਾ ਕੇ ਇਹਨਾਂ ਨੂੰ ਕੌਮ ਦੇ ਉਸਰਈਏ ਬਣਾ ਸਕਾਂ। ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਕਿਹਾ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 10 ਜਾਮਿਆਂ ਵਿੱਚ 4 ਵਰਨਾਂ ਤੋਂ ਇੱਕ ਵਰਨ ਕੀਤਾ। ਹੁਣ 250 ਸਾਲ ਹੋ ਗਏ ਹਨ, ਸਿੱਖ ਰਾਜ ਵੀ ਆਇਆ, ਵੱਡੇ ਵੱਡੇ ਲੀਡਰ, ਪ੍ਰਚਾਰਕ, ਸੰਤ, ਮਹੰਤ ਅਤੇ ਅਨੇਕਾਂ ਕੌਮਾਂ ਦੇ ਆਗੂ ਆਏ, ਪਰ ਕਿਸੇ ਨੇ ਵੀ ਜਾਤ ਪਾਤ ਨਹੀਂ ਛੱਡੀ। ਜੱਟ, ਸ਼ਿੰਬੇ, ਖੱਤਰੀ, ਬ੍ਰਾਹਮਣ, ਤਰਖਾਨ, ਸੈਣੀ, ਅਰੋੜੇ ਆਦਿਕ ਜਾਤਾਂ ਵਾਲੇ ਪਹਿਲਾਂ ਆਪਣੀ ਪਿਛਲੀ ਜਾਤ ਨੂੰ ਕਾਇਮ ਰੱਖਦੇ ਹੋਏ ਬੜੇ ਮਾਣ ਨਾਲ ਪਹਿਲਾਂ ਆਪਣੀ ਜਾਤ ਤੇ ਗੋਤ ਦੱਸਣਗੇ, ਬਾਅਦ ਵਿੱਚ ਸਿੰਘ ਅਖਵਾਉਂਦੇ ਹਨ। ਦੇਖਣੇ ਵਿੱਚ ਆਇਆ ਹੈ ਦੁਨੀਆ ਮੰਨਦੀ ਜ਼ੋਰਾਂ ਨੂੰ, ਕੋਈ ਪੁੱਛਦਾ ਨਹੀਂ ਕਮਜ਼ੋਰਾਂ ਨੂੰ, ਤੇ ਕਿਉਂ ਨਾ ਹੋਵੇ ਇਹਨਾਂ ਕਮਜ਼ੋਰਾਂ ਨੂੰ ਜ਼ੋਰ ਦਿੱਤਾ ਜਾਵੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕੀ ਕੀਤਾ? ਇਹੀ ਨਾ ਕਿ ਕਮਜ਼ੋਰਾਂ ਨੂੰ ਬਲ ਤੇ ਜ਼ੋਰ ਦਿੱਤਾ। ਇੰਨੀ ਗੱਲ ਸੁਣ ਕੇ ਪ੍ਰਸ਼ਨ ਕਰਨ ਵਾਲਾ ਹੈਰਾਨ ਹੋ ਗਿਆ ਅਤੇ ਬਾਬਾ ਜੀ ਦੇ ਚਰਨ ਫੜ ਲਏ। ਇਹੋ ਜਿਹੇ ਮਹਾਪੁਰਖਾਂ ਵਰਗੇ ਸੰਤ ਬਾਬਾ ਪ੍ਰੇਮ ਸਿੰਘ ਜੀ ਵਰਗੇ ਸੰਤਾਂ ਬਾਰੇ ਹੀ ਗੁਰਬਾਣੀ ਵਿੱਚ ਵੀ ਫਰਮਾਨ ਹੈ, ਸੰਤਨ ਅਵਰ ਨਾ ਕਾਹੂ ਜਾਣੀ, ਬੇਪਰਵਾਹ ਸਦਾ ਰੰਗ ਹਰਕੈ ਜਾਂ ਕੋ ਪਾਕ ਸੁਆਮੀ। ਮੁਰਾਲੇ ਡੇਰੇ ਵਿਖੇ ਬਾਬਾ ਜੀ ਦੀ ਕਾਰ ਵਿੱਚ ਇੱਕ ਫਨੀਅਰ ਸੱਪ ਡਰਾਈਵਰ ਦੀ ਸੀਟ ਤੇ ਆ ਕੇ ਬੈਠ ਗਿਆ ਅਤੇ ਸਟੀਅਰਿੰਗ ਤੇ ਆਪਣਾ ਸਿਰ ਰੱਖ ਕੇ ਫੰਡ ਖਿਲਾਰ ਕੇ ਮੂੰਹ ਚੋਂ ਜੀਭ ਕੱਢ ਕੇ ਇੱਧਰ ਉੱਧਰ ਦੇਖੀ ਜਾਵੇ। ਜਦੋਂ ਡਰਾਈਵਰ ਨੇ ਆ ਕੇ ਦੇਖਿਆ ਕਿ ਅੰਦਰ ਸੱਪ ਬੈਠਾ ਹੈ ਤਾਂ ਉਸਨੇ ਇੱਟਾਂ ਰੋੜੇ ਮਾਰ ਕੇ ਜਾਂ ਹੋਰ ਇਸ਼ਾਰੇ ਸ਼ੂਰੇ ਕਰਕੇ ਉਹਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਸੱਪ ਤਾਂ ਅੱਗੋਂ ਫਨ ਖਿਲਾਰੀ ਜਾਵੇ ਤੇ ਉੱਥੇ ਖੜੇ ਸਾਰਿਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰੇ। ਇੰਨੇ ਚਿਰ ਨੂੰ ਸੰਤ ਬਾਬਾ ਪ੍ਰੇਮ ਸਿੰਘ ਜੀ ਆ ਗਏ। ਕਹਿਣ ਲੱਗੇ, ਕੀ ਹੋ ਰਿਹਾ ਹੈ? ਸਾਰਾ ਕੌਤਕ ਦੇਖ ਕੇ ਬਾਬਾ ਜੀ ਨੇ ਕਿਹਾ, ਹੁਕਮ ਕੀਤਾ ਜਾਓ, ਅੰਦਰੋਂ ਬੰਦੂਕ ਲੈ ਕੇ ਆਓ। ਬੰਦੂਕ ਹੱਥ 'ਚ ਫੜ ਕੇ ਬਾਬਾ ਜੀ ਕਹਿਣ ਲੱਗੇ, ਸੰਤ ਲਾਲ ਸਿੰਘ ਜੀ ਬਾਹਰ ਆਓ, ਤੁਹਾਡਾ ਉਧਾਰ ਕਰੀਏ। ਇੰਨੀ ਗੱਲ ਸੁਣ ਕੇ ਸੱਪ ਕੋਲ ਹੀ ਇੱਕ ਖਲੋਤੇ ਬੋਹੜ ਦੇ ਦਰਖਤ ਵੱਲ ਤੁਰ ਪਿਆ। ਬਾਬਾ ਜੀ ਨੇ ਨਿਸ਼ਾਨਾ ਸਾਧ ਕੇ ਗੋਲੀ ਮਾਰੀ, ਸੱਪ ਮਰ ਗਿਆ। ਮਰਨ ਤੋਂ ਉਪਰੰਤ ਬਾਬਾ ਜੀ ਨੇ ਕਿਹਾ, ਇਸ ਨੂੰ ਇਸ਼ਨਾਨ ਕਰਵਾ ਕੇ ਮਿੱਟੀ ਵਿੱਚ ਖੱਡਾ ਪੁੱਟ ਕੇ ਇਸ ਨੂੰ ਦੱਬ ਦਿੱਤਾ ਜਾਵੇ। ਦੱਬਣ ਤੋਂ ਉਪਰੰਤ ਬਾਬਾ ਜੀ ਨੇ ਉਸ ਦੀ ਅਰਦਾਸ ਕੀਤੀ ਕਿ ਹੇ ਗੁਰੂ ਮਹਾਰਾਜ, ਇਹ ਸੰਤ ਲਾਲ ਸਿੰਘ ਆਪਣੇ ਕਰਮਾਂ ਕਰਕੇ ਸਰਪ ਜੋਨੀ ਵਿੱਚ ਆ ਗਿਆ ਸੀ, ਕਿਰਪਾ ਕਰੋ ਇਸ ਨੂੰ ਬਖਸ਼ੋ ਅਤੇ ਸਿੱਧੇ ਰਾਹ ਪਾਓ, ਆਪਣੇ ਚਰਨਾਂ ਦਾ ਨਿਵਾਸ ਬਖਸ਼ੋ। ਇਹ ਸਭ ਕੁਝ ਦੇਖ ਕੇ ਕੋਲ ਖਲੋਤੇ ਸੇਵਾਦਾਰਾਂ ਨੇ ਪੁੱਛਿਆ, ਬਾਬਾ ਜੀ ਇਹ ਕੀ ਗੱਲ ਹੈ? ਬਾਬਾ ਜੀ ਨੇ ਦੱਸਿਆ,
ਇਹ ਪਿਛਲੇ ਜਨਮ ਵਿੱਚ ਇੱਕ ਸੰਤ ਸੀ। ਇਸ ਦਾ ਨਾਮ ਲਾਲ ਸਿੰਘ ਸੀ। ਮਾਇਆ ਦਾ ਚੜਾਵਾ ਇਸ ਪਾਸ ਬਹੁਤ ਆਂਦਾ ਸੀ। ਇਹ ਨਾ ਤਾਂ ਉਸ ਮਾਇਆ ਵਿੱਚੋਂ ਕੋਈ ਪੁੰਨਦਾਨ ਕਰਦਾ ਸੀ ਅਤੇ ਨਾ ਹੀ ਸਿਮਰਨ ਭਜਨ ਕਰਦਾ ਸੀ। ਅੰਤਮ ਸਮੇਂ ਇਹਦੀ ਇੱਛਾ ਮਾਇਆ ਵਿੱਚ ਰਹਿ ਗਈ ਤਾਂ ਤੇ ਇਹਨੂੰ ਵਿਸ਼ਧਾਰੀ ਸੱਪ ਬਣਨਾ ਪਿਆ। ਔਰ ਬਰਕਤ ਸਿੰਘ ਨੰਦ ਸਿੰਘ ਜੀ ਦੇ ਦੱਸੇ ਅਨੁਸਾਰ ਇੱਕ ਵਾਰ ਸਰਦਾਰ ਉਦਮ ਸਿੰਘ ਨਾਗੋਕੇ ਅਤੇ ਸਰਦਾਰ ਈਸ਼ਰ ਸਿੰਘ ਮਝੈਲ ਦੋਨਾਂ ਨੇ ਬਾਬਾ ਜੀ ਪਾਸ ਜਾ ਕੇ ਸਲਾਹ ਦਿੱਤੀ ਕਿ ਬਾਬਾ ਜੀ ਤੁਸੀਂ ਇਸ ਡੇਰੇ ਦਾ ਪ੍ਰਬੰਧ ਕਮੇਟੀ ਦੇ ਅਧੀਨ ਕਰ ਦਿਓ। ਬਾਬਾ ਜੀ ਨੇ ਕਿਹਾ ਠੀਕ ਹੈ। ਬਾਬਾ ਜੀ ਅੰਦਰ ਕਮਰੇ ਵਿੱਚ ਗਏ, ਬਹੁਤ ਸਾਰੀਆਂ ਚਾਬੀਆਂ ਲਿਆ ਕੇ ਉਹਨਾਂ ਦੇ ਅੱਗੇ ਰੱਖ ਦਿੱਤੀਆਂ ਅਤੇ ਕਹਿਣ ਲੱਗੇ ਮੈਂ ਤੁਹਾਡਾ ਬੜਾ ਧੰਨਵਾਦੀ ਹਾਂ, ਪਰ ਇੱਕ ਗੱਲ ਯਾਦ ਰੱਖੋ, ਤੁਸੀਂ ਅੰਦਰ ਬਾਹਰ ਜਿੰਨੀ ਵੀ ਇੱਥੇ ਜਾਇਦਾਦ ਜਾਂ ਸਾਜੋ ਸਮਾਨ ਹੈ ਉਸ ਦਾ ਜਾਇਜ਼ਾ ਲੈ ਲਵੋ ਅਤੇ ਇਸ ਦਾ ਕੰਟਰੋਲ ਕਰੋ। ਪਰ ਇੱਕ ਗੱਲ ਯਾਦ ਰੱਖਿਓ, ਜਿਸ ਤਰ੍ਹਾਂ ਇੱਥੇ ਗੁਰਮਤਿ ਦਾ ਪ੍ਰਚਾਰ ਹੋ ਰਿਹਾ ਹੈ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਹੈ। ਲੰਗਰ ਇਸੇ ਤਰ੍ਹਾਂ ਹੀ ਚੱਲਣੇ ਚਾਹੀਦੇ ਹਨ। ਬੱਚਿਆਂ ਨੂੰ, ਵਿਦਿਆਰਥੀਆਂ ਨੂੰ ਸੰਗੀਤ ਅਤੇ ਵਿਦਿਆ ਦਿਓ। ਮੈਂ ਬੜਾ ਖੁਸ਼ ਹਾਂ। ਮੈਂ ਅੱਜ ਤੱਕ ਜਿੰਨੇ ਵੀ ਪ੍ਰਾਇਮਰੀ, ਮਿਡਲ ਅਤੇ ਹਾਈ ਸਕੂਲ ਬਣਾਏ ਹਨ ਸਾਰਿਆਂ ਦੀ ਦੇਖ ਰੇਖ ਕਰੋ ਅਤੇ ਪ੍ਰਬੰਧ ਕਰੋ। ਅੱਜ ਤੱਕ ਜਿੰਨੇ ਵੀ ਗੁਰਦੁਆਰੇ ਬਣਾਏ ਹਨ ਜਾਂ ਬਣ ਰਹੇ ਹਨ ਜਾਂ ਬਣਾਉਣੇ ਹਨ ਸਾਰਿਆਂ ਦਾ ਪ੍ਰਬੰਧ ਸੰਭਾਲੋ। ਮੈਂ ਇਥੋਂ ਕਾਣੀ ਕੌਡੀ ਵੀ ਲੈ ਕੇ ਨਹੀਂ ਜਾ ਰਿਹਾ ਹਾਂ, ਸਿਰਫ 3 ਕੱਪੜਿਆਂ ਵਿੱਚ ਜਾ ਰਿਹਾ ਹਾਂ। ਮੈਂ ਆਪਣੀ ਪਰਲਵਤ ਤੇ ਭਰੋਸਾ ਕਰਕੇ ਕਿਸੇ ਦਰਖਤ ਥੱਲੇ ਬੈਠ ਕੇ ਸਾਰੀ ਜ਼ਿੰਦਗੀ ਬਸਰ ਕਰ ਲਵਾਂਗਾ। ਇਹ ਗੱਲ ਜਦੋਂ ਸੰਤ ਬਾਬਾ ਭਾਗ ਸਿੰਘ ਜੀ ਨੇ ਸੁਣੀ, ਜੋ ਕਿ ਇੱਕ ਬੜੀ ਤਿਆਗੀ ਬਿਰਤੀ ਦੇ ਸਾਧੂ ਸਨ, ਉਹਨਾਂ ਕਿਹਾ ਮਹੰਤਾ ਬੜਾ ਚੰਗਾ ਕੀਤਾ ਹੈ, ਮੈਂ ਵੀ ਤੁਹਾਡੇ ਨਾਲ ਚੱਲਾਂਗਾ। ਦੋਨੋਂ ਮਹਾਪੁਰਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਤੁਰ ਪਏ। ਜਦੋਂ ਦੋਨਾਂ ਮਹਾਪੁਰਖਾਂ ਨੂੰ ਜਾਂਦਿਆਂ ਵੇਖਿਆ ਤਾਂ ਈਸ਼ਰ ਸਿੰਘ ਜੀ ਨਾਗੋ ਅਤੇ ਸਰਦਾਰ ਉਦਮ ਸਿੰਘ ਜੀ ਅਤੇ ਮਾਸਟਰ ਜੀ ਆਦਿਕ ਅੱਗੇ ਆਣ ਖਲੋਤੇ। ਕਹਿਣ ਲੱਗੇ, ਉਹਨਾਂ ਦਾ ਹਿਰਦਾ ਹਿੱਲ ਗਿਆ, ਉਹਨਾਂ ਦੇ ਮਨ ਤੇ ਬੜਾ ਗਹਿਰਾ ਅਸਰ ਪਿਆ। ਕਹਿਣ ਲੱਗੇ, ਬਾਬਾ ਜੀ ਸਾਥੋਂ ਗਲਤੀ ਹੋਈ ਹੈ, ਅਸੀਂ ਤੁਹਾਥੋਂ ਮਾਫੀ ਮੰਗਦੇ ਹਾਂ, ਕਿਰਪਾ ਕਰੋ ਤੁਸੀਂ ਇਹ ਚਾਬੀਆਂ ਸੰਭਾਲੋ ਤੇ ਅਸੀਂ ਜਾਂਦੇ ਹਾਂ। ਬਾਬਾ ਜੀ ਨੇ ਉਹਨਾਂ ਨੂੰ ਰੋਕ ਕੇ ਉਹਨਾਂ ਪਾਸੋਂ ਲਿਖਵਾਇਆ ਕਿ ਅੱਜ ਤੋਂ ਬਾਅਦ ਸ਼੍ਰੋਮਣੀ ਕਮੇਟੀ ਕਿਸੇ ਵੀ ਡੇਰੇ ਤੇ ਕਬਜ਼ਾ ਨਹੀਂ ਕਰੇਗੀ। ਬਾਬਾ ਜੀ ਨੇ ਸ਼੍ਰੋਮਣੀ ਕਮੇਟੀ ਤੋਂ ਇੱਕ ਪ੍ਰਸਤਾਵ ਪਾਸ ਕਰਵਾਇਆ ਅਤੇ ਜਿਸ ਵਿੱਚ ਲਿਖਵਾਇਆ ਕਿ ਸ਼੍ਰੋਮਣੀ ਕਮੇਟੀ ਕਿਸੇ ਵੀ ਡੇਰੇ ਦੀ ਜ਼ਮੀਨ ਜਾਂ ਜਾਇਦਾਦ ਤੇ ਕਬਜ਼ਾ ਨਹੀਂ ਕਰੇਗੀ। ਭਗਤ ਕਬੀਰ ਜੀ ਦੇ ਕਹੇ ਅਨੁਸਾਰ ਕਬੀਰ ਐਸਾ ਬੀਜ ਬੋਏ 12 ਮਾਸ ਫਲੰਤ, ਸੀਤਲ ਛਾਇਆ ਗਹਿਰ ਫਲ, ਪੰਖੀ ਕੇਲ ਕਰੰਤ। ਇਸ ਮਹਾਵਾਕ ਅਨੁਸਾਰ ਧੰਨ ਸੰਤ ਬਾਬਾ ਪ੍ਰੇਮ ਸਿੰਘ ਜੀ, ਜਿਨ੍ਹਾਂ ਨੇ ਇਹੋ ਜਿਹਾ ਸ਼ਾਨਦਾਰ ਤੇ ਫਲਦਾਰ ਬੂਟਾ ਲਾਇਆ ਜੋ ਕਿ ਅਜੋਕੇ ਦੇ ਮਹਾਪੁਰਖ, ਅਜੋਕੇ ਸਮੇਂ ਦੇ ਸੰਤ ਮਹਾਪੁਰਖ ਵੀ ਉਸ ਦੀ ਸ਼ਾਨ ਦਾ ਅਤੇ ਉਸ ਦੇ ਫਲ ਦਾ ਆਨੰਦ ਮਾਣ ਰਹੇ ਹਨ ਅਤੇ ਆਪਣੀ ਜ਼ਿੰਦਗੀ ਬੜੀ ਸੁੱਖ ਅਤੇ ਬੇਪਰਵਾਹੀ ਨਾਲ ਬਸਰ ਕਰ ਰਹੇ ਹਨ। ਪੰਥ ਦੇ ਮਹਾਨ ਵਿਦਵਾਨ ਸਰਦਾਰ ਭਗਤ ਸਿੰਘ ਜੀ ਸ਼ਾਂਤ, ਜਿਨ੍ਹਾਂ ਨੇ ਸੰਤ ਬਾਬਾ ਪ੍ਰੇਮ ਸਿੰਘ ਜੀ ਦਾ ਜੀਵਨ ਪ੍ਰੇਮ ਸਾਗਰ ਬੜੀ ਸ਼ਰਧਾ ਅਤੇ ਪ੍ਰੇਮ ਨਾਲ ਲਿਖਿਆ ਹੈ ਅਤੇ ਹੋਰ ਕਈ ਮਹਾਂਪੁਰਖਾਂ ਦੇ ਵੀ ਜੀਵਨ ਲਿਖੇ ਹਨ। ਉਹ ਲਿਖਦੇ ਹਨ ਕਿ ਇੱਕ ਦਿਨ ਬਾਬਾ ਹਰਨਾਮ ਸਿੰਘ ਜੀ ਨੇ ਦੱਸਿਆ ਕਿ ਇੱਕ ਮਾਤਾ, ਜਿਸ ਦੇ ਕਹਿਣ ਤੇ ਬਾਬਾ ਜੀ ਪ੍ਰਸ਼ਾਦਾ ਛਕਣ ਵਾਸਤੇ ਉਸ ਦੇ ਪਿੰਡ ਗਏ। ਬਾਬਾ ਜੀ ਬਾਬਾ ਹਰਨਾਮ ਸਿੰਘ ਜੀ ਨੂੰ ਵੀ ਨਾਲ ਲੈ ਗਏ। ਮਾਤਾ ਦੀ ਮਾਲੀ ਹਾਲਤ ਤਾਂ ਬੜੀ ਕਮਜ਼ੋਰ ਸੀ, ਪਰ ਅੰਦਰ ਸ਼ਰਧਾ ਦਾ ਹਾੜ ਹਾਠਾਂ ਮਾਰ ਰਿਹਾ ਸੀ। ਮਾਤਾ ਜੀ ਨੇ ਬੜੀ ਸਾਦਗੀ ਅਤੇ ਸ਼ਰਧਾ ਦੇ ਨਾਲ ਪ੍ਰਸ਼ਾਦਾ ਲਿਆਂਦਾ। ਜੋ ਕੁਝ ਵੀ ਉਸ ਤੋਂ ਸਰਿਆ ਬਣਿਆ ਉਸਨੇ ਬਾਬਾ ਜੀ ਦੇ ਅੱਗੇ ਲਿਆ ਪਰੋਸਿਆ।
ਬਾਬਾ ਜੀ ਨੂੰ ਜਲ ਛਕਣ ਵਾਸਤੇ ਜਿਹੜੀ ਬਾਟੀ ਦਿੱਤੀ ਸੀ, ਉਹ ਬਾਟੀ ਇੱਕ ਜਗ੍ਹਾ ਤੋਂ ਟੁੱਟੀ ਹੋਈ ਸੀ, ਜਿਸ ਵਿੱਚੋਂ ਜਲ ਚੋਣ ਲੱਗ ਪਿਆ। ਮੈਂ ਮਾਤਾ ਨੂੰ ਕਿਹਾ, ਮਾਤਾ, ਬਾਟੀ ਚੋ ਰਹੀ ਹੈ, ਗਲਾਸ ਲਿਆ ਕੇ ਦਿਓ। ਅਜੇ ਮੈਂ ਕਹਿ ਹੀ ਰਿਹਾ ਸਾਂ ਕਿ ਬਾਬਾ ਜੀ ਨੇ ਪੌਣੀ ਮਾਰ ਕੇ ਵਾਹਿ